Welcome to the next video of my YouTube channel Ecosystem with Dr. Jagtar Thiman. Today's topic ਜਿਹੜਾ ਅੱਜ ਮੈਂ ਜਿਸ ਟੌਪਿਕ ਦੇ ਉੱਤੇ ਗੱਲ ਕਰਨੀ ਚਾਹਾਂਗਾ ਉਹ ਹੈ ਕਿ ਐਡਰੈਸਿੰਗ ਗਲੋਬਲ ਇਕੋਸਿਸਟਮ ਥਰੂ ਸਸਟੇਨੇਬਲ ਡਿਵੈਲਪਮੈਂਟ ਗੋਲਸ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸੰਸਾਰ ਇੱਕ ਬਹੁਤ ਵੱਡਾ ਇਕੋਸਿਸਟਮ ਹੈ। ਇਸ ਦੀ ਬਿਹਤਰੀ ਵਾਸਤੇ, ਇਸ ਦੀ ਵਿਕਾਸਸ਼ੀਲਤਾ ਵਾਸਤੇ, ਇਸ ਦੀ ਚੜ੍ਹਦੀ ਕਲਾ ਵਾਸਤੇ ਇਹਦੇ ਜਿਹੜੇ ਸੈਗਮੈਂਟ ਹੈਗੇ ਸਾਰਿਆਂ ਦੇ ਉੱਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਚਾਹੇ ਉਹ ਟੈਰੇਸਟਰੀਅਲ ਇਕੋਸਿਸਟਮ ਹੈ, ਚਾਹੇ ਉਹ ਪਾਣੀ ਵਾਲਾ ਐਕਵਾਟਿਕ ਇਕੋਸਿਸਟਮ ਹੈ, ਚਾਹੇ ਖੇਤੀਬਾੜੀ ਨਾਲ ਸੰਬੰਧਿਤ ਐਗਰੀਕਲਚਰਲ ਇਕੋਸਿਸਟਮ ਹੈ, ਇਕਨੋਮਿਕ ਇਕੋਸਿਸਟਮ ਹੈ, ਜਾਂ ਪੋਲੀਟੀਕਲ ਇਕੋਸਿਸਟਮ ਹੈ, ਜਾਂ ਸੋਸ਼ਲ ਇਕੋਸਿਸਟਮ ਹੈ, ਸਾਰਿਆਂ ਦੇ ਉੱਤੇ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਔਰ ਇਸ ਗੱਲ ਨੂੰ ਕਰਦਿਆਂ ਮੇਰੇ ਖਿਆਲ 'ਚ ਆਉਂਦਾ ਹੈ ਕਿ ਬਹੁਤ ਪੁਰਾਤਨ ਸਮੇਂ ਦੇ ਵਿੱਚ ਸੰਸਕ੍ਰਿਤ ਸੇਇੰਗ ਸੀਗੀ ਜਿਹੜੀ ਮਹਾ ਉਪਨਿਸ਼ਦ ਦੇ ਹਿੰਦੂ ਮਾਈਥੋਲੋਜੀ ਦੇ ਵਿੱਚ ਸੀ ਕਿ ਵਾਸੂਦੇਵਾ ਕੁਟੁੰਬਕਮ, ਕਿ ਵਰਲਡ ਇਜ਼ ਏ ਫੈਮਿਲੀ। ਸਾਰਾ ਵਿਸ਼ਵ ਜਿਹੜਾ ਹੈ ਇੱਕ ਪਰਿਵਾਰ ਦੀ ਤਰ੍ਹਾਂ ਹੈ। ਇਸ ਕਰਕੇ ਸਾਨੂੰ ਸਭ ਦਾ ਵਿਕਾਸ ਜਿਹੜਾ ਕਰਨ ਦੀ ਜਿਹੜੀ ਹੈ ਉਹ ਸੋਚ ਲੈ ਕੇ ਅੱਗੇ ਚੱਲਣਾ ਪਏਗਾ। ਅਤੇ ਇਹ ਬਹੁਤ ਚੰਗੀ ਗੱਲ ਹੈ ਕਿ ਯੂਨਾਈਟਿਡ ਨੇਸ਼ਨਸ ਜਿਹੜਾ ਉਸ ਨੇ ਇੱਕ ਏਜੰਡਾ ਤਿਆਰ ਕੀਤਾ ਸਾਰੇ ਦੁਨੀਆ ਵਾਸਤੇ, ਜਿਸ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲ ਕਿਹਾ ਜਾਂਦਾ ਜਾਂ ਗਲੋਬਲ ਗੋਲਸ ਦੇ ਨਾਂ ਦੇ ਨਾਲ ਉਹ ਜਾਣਿਆ ਜਾਂਦਾ। ਇਹ ਏਜੰਡਾ ਜਿਹੜਾ ਹੈ ਇਹ 25 ਸਤੰਬਰ 2015 ਦੇ ਵਿੱਚ ਹੋਂਦ ਵਿੱਚ ਆਇਆ ਸੀ। ਔਰ ਇਸ ਦੇ ਜਿਹੜੇ UN ਦੇ 193 ਮੈਂਬਰ ਸੀਗੇ ਉਹਨਾਂ ਨੇ ਇਸ ਦੇ ਨਾਲ ਹਾਂ 'ਚ ਹਾਂ ਉਗਾਰਾ ਭਰਿਆ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਲਾਗੂ ਕਰਾਂਗੇ ਔਰ ਸਾਡੀ ਪੂਰੀ ਕਮਿਟਮੈਂਟ ਹੈ। ਔਰ ਜੇ ਆਪਾਂ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਜਿਹੜਾ SDG ਗੋਲਸ ਹੈਗੇ ਸੀਗੇ, ਇਹ ਏਜੰਡਾ 21 ਜਿਹੜਾ 1992 ਦੇ ਵਿੱਚ ਰੀਓ ਸਮਿਟ, ਜਿਹੜੀ ਰੀਓ ਅਰਥ ਸਮਿਟ ਸੀਗੀ, ਹੋਈ ਸੀ। ਇਸ ਕਾਨਫਰੰਸ ਦੇ ਵਿੱਚ ਵਾਤਾਵਰਨ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ। ਔਰ ਇਸ ਤੋਂ ਬਾਅਦ ਮਿਲੀਨੀਅਮ ਡਿਵੈਲਪਮੈਂਟ ਗੋਲ ਜਿਹੜੇ ਹੈ ਉਹ ਇਸ ਸਦੀ ਦੇ ਜਿਹੜੇ ਵਿਕਾਸ ਜਿਹੜੇ ਗੋਲ ਹੈਗੇ ਆ, ਟੀਚੇ ਹੈਗੇ ਆ, ਉਹਨਾਂ ਦੇ ਉੱਤੇ ਹਿਊਮਨ ਡਿਵੈਲਪਮੈਂਟ ਦੇ ਉੱਤੇ ਫੋਕਸ ਕੀਤਾ ਸੀ। ਖਾਸ ਕਰਕੇ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹਨਾਂ ਦੇ ਵਿੱਚੋਂ ਗਰੀਬੀ ਹਟਾਉਣਾ, ਵਾਤਾਵਰਨ ਦਾ ਖਿਆਲ ਰੱਖਣਾ, ਵਿੱਦਿਆ ਦਾ ਖਿਆਲ ਰੱਖਣਾ ਅਤੇ ਹੋਰ ਅਜਿਹੇ ਮੁੱਦੇ ਲੈ ਕੇ ਵਿਕਾਸ ਕਰਨ ਦੀ ਜਿਹੜੀ ਵਿਉਂਤ ਸੀਗੀ। 2012 ਦੇ ਵਿੱਚ ਸਲਾਹ ਇਹ ਬਣੀ ਕਿ ਸਾਰਾ ਕੁਛ ਜਿਹੜਾ ਇਸ ਨੂੰ ਕੰਬਾਈਨ ਕਰਕੇ ਇੱਕ ਵਿਸ਼ਵ ਵਿਆਪੀ ਏਜੰਡਾ ਤਿਆਰ ਕੀਤਾ ਜਾਵੇ। ਔਰ ਇਸ ਵਿੱਚ ਬਹੁਤ ਜਿਹੜੇ ਸਟੇਕ ਹੋਲਡਰ ਸੀਗੇ 5 ਮਿਲੀਅਨ ਜਿਹੜੇ ਸਟੇਕ ਹੋਲਡਰਸ ਨੇ ਮਾਈ ਵਰਲਡ ਦਾ ਸਰਵੇ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸੀਗੇ ਔਰ ਇਸ ਏਜੰਡੇ ਦੀ ਜਿਹੜੀ ਉਹ ਤਿਆਰੀ ਮੁਕੰਮਲ ਹੋ ਸਕੀ ਸੀ। ਜੇ ਆਪਾਂ ਦੇਖੀਏ ਕਿ ਮੰਤਵ ਕੀ ਹੈ ਇਸ ਏਜੰਡੇ ਦਾ, ਇਹ ਸਸਟੇਨੇਬਲ ਗੋਲ ਡਿਵੈਲਪਮੈਂਟ ਜਿਹੜੀ ਹੋਈ ਹੈ ਉਹਦੇ ਵਿੱਚ ਉਹਦਾ ਮੁੱਖ ਜਿਹੜੇ ਉਹਦੇ 'ਚ ਮੁੱਦੇ ਇਹ ਸੀਗੇ ਕਿ ਕੰਪਰੀਹੈਂਸਿਵ ਐਕਸ਼ਨ ਪਲਾਨ ਸਾਰੀ ਦੁਨੀਆ ਵਾਸਤੇ ਤਿਆਰ ਕੀਤਾ ਜਾਵੇ ਔਰ ਇਹ ਇੱਕ ਯੂਨੀਵਰਸਲ ਐਂਪਲੀਟਿਊਡ ਇਸ ਦਾ ਹੋਵੇ ਕਿ ਛੋਟੇ ਤੋਂ ਲੈ ਕੇ ਵੱਡੇ ਦੇਸ਼, ਸਾਰੇ ਦੇਸ਼ ਦੁਨੀਆ ਦੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਣ। ਔਰ ਇੱਕ ਕਾਲ ਟੂ ਦੀ ਐਕਸ਼ਨ ਹੋਵੇ ਕਿ ਜਿਸ ਦੇ ਨਾਲ ਜਿਹੜੀ ਗਰੀਬੀ ਦਾ ਖਾਤਮਾ ਹੋ ਸਕੇ ਔਰ ਇਸ ਗ੍ਰਹਿ ਜਿਹੜਾ ਨੀਲਾ ਗ੍ਰਹਿ ਸਾਡਾ ਧਰਤੀ ਹੈ ਇਸ ਦੀ ਪ੍ਰੋਟੈਕਸ਼ਨ ਹੋ ਸਕੇ, ਸੁਰੱਖਿਆ ਹੋ ਸਕੇ ਔਰ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾ ਸਕੇ ਕਿ ਸ਼ਾਂਤੀ ਅਤੇ ਖੁਸ਼ਹਾਲੀ ਆ ਸਕਦੀ ਹੈ। ਔਰ 2030 ਜਿਹੜਾ ਹੈ ਇਸ ਏਜੰਡੇ ਦਾ ਜਿਹੜਾ ਟਾਰਗੇਟ ਸਾਲ ਆ ਉਹ ਇਹ ਰੱਖਿਆ ਕਿ ਉਦੋਂ ਤੱਕ ਇਸ ਨੂੰ ਲਾਗੂ ਜਿਹੜਾ ਉਹ ਕੀਤਾ ਜਾ ਸਕੇਗਾ। ਔਰ ਜੇ ਆਪਾਂ ਇਹਨਾਂ ਏਜੰਡਿਆਂ ਦੀ ਗੱਲ ਕਰੀਏ ਕਿ ਵਿਸ਼ੇਸ਼ ਤੌਰ ਦੇ ਉੱਤੇ ਲੱਛਣ ਜਿਹੜੇ ਇਹਨਾਂ ਦੇ ਵਿੱਚ ਇਹ ਸੀਗੇ ਕਿ ਇੱਕ ਇੰਟੈਗਰੇਟਿਡ, ਕਿ ਇਕੱਲਾ ਦੇਸ਼ ਕੁਛ ਨਹੀਂ ਕਰ ਸਕਦਾ, ਸਾਰਿਆਂ ਨੂੰ ਰਲ ਕੇ ਚੱਲਣਾ ਪਏਗਾ, ਇੱਕ ਦੂਸਰੇ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਵਿਕਾਸ ਕਰਨਾ ਪਵੇਗਾ। ਔਰ ਇਸ ਦੀ ਅਪਰੋਚ ਜਿਹੜੀ ਸੀ ਉਹ ਯੂਨੀਵਰਸਲ ਸੀ ਕਿ ਛੋਟੇ ਤੋਂ ਲੈ ਕੇ ਵੱਡਾ ਜਿਹੜਾ ਦੇਸ਼ ਹੈ ਉਹ ਸਾਰੇ ਉਸ ਦੇ ਵਿੱਚ ਇਨਵੋਲਵ ਹੋਣਗੇ ਔਰ ਇੱਕ ਇਨਕਲੂਸਿਵ ਕਰੈਕਟਰ ਹੋਏਗਾ ਕਿ ਕਮਿਊਨਿਟੀ ਜਿਹੜੀ ਹੈ ਉਸ ਦੇ ਵਿੱਚ ਸ਼ਾਮਲ ਹੋਏਗੀ, ਸਭ ਦਾ ਭਲਾ ਹੋ ਸਕੇਗਾ। ਵਿਚਾਰ ਇਹ ਸੀ ਕਿ ਕੋਈ ਵੀ ਪਿੱਛੇ ਨਾ ਰਹਿ ਜਾਏ, ਨੋ ਵਨ ਸ਼ੁੱਡ ਲੀਵ ਬਿਹਾਈਂਡ, ਇਹ ਸਲੋਗਨ ਸੀਗਾ ਇਸ SDG ਜਿਹੜਾ ਏਜੰਡਾ ਹੈ। ਔਰ ਇਸ ਦੇ ਵਿੱਚ 17 ਜਿਹੜੇ ਹੈ ਉਹ ਗੋਲ ਤੈਅ ਹੋਏ, ਜਿਨ੍ਹਾਂ ਦੇ ਵਿੱਚ 169 ਜਿਹੜੇ ਟਾਰਗੇਟ ਸੀਗੇ ਔਰ 230 ਤੋਂ ਜ਼ਿਆਦਾ ਜਿਹੜੇ ਇੰਡੀਕੇਟਰ ਸੀ, ਤਾਂ ਕਿ ਜੋ ਕੁਛ ਵੀ ਇਹਨਾਂ ਏਜੰਡਿਆਂ ਦੇ ਰਾਹੀਂ ਕੀਤਾ ਜਾ ਸਕਦਾ ਉਸ ਨੂੰ ਮੋਨੀਟਰ ਕੀਤਾ ਜਾਵੇ ਔਰ ਵੈਲੂਏਟ ਕੀਤਾ ਜਾਵੇ ਕਿ ਕਿੰਨੀ ਅਸੀਂ ਕਾਮਯਾਬੀ ਦੇ ਨਾਲ ਇਹਨਾਂ ਨੂੰ ਲਾਗੂ ਕਰ ਦਿੱਤਾ ਹੈ, ਤਾਂ ਕਿ ਸਾਡੀ ਜਿਹੜੀ ਇਕੋਸਿਸਟਮ ਹੈ ਉਸ ਦਾ ਕਿੰਨਾ ਕੁ ਵਿਕਾਸ ਔਰ ਕਿੰਨੀ ਕੁ ਉਹਦੀ ਇੰਟੈਗ੍ਰਿਟੀ ਜਿਹੜੀ ਹੈ ਉਹ ਬਚਾਈ ਜਾ ਚੱਕੀ ਹੈ। ਇਹ ਜਿਹੜੇ ਗੋਲ ਹੈਗੇ ਆ ਇਹ ਟਰਾਂਸਫੋਰਮੇਸ਼ਨਲ ਆ, ਇਸ ਦੇ ਵਿੱਚ ਦੁਨੀਆ 'ਚ ਤਬਦੀਲੀ ਆ ਸਕੇਗੀ, ਇਸ ਖਿਆਲ ਦੇ ਨਾਲ ਇਹ ਬਣਾਏ ਗਏ ਆ ਔਰ ਰਾਈਟ ਬੇਸਡ ਹੈ
ਤਾਂ ਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਰੱਖਿਆ ਕੀਤੀ ਜਾ ਸਕੇ। ਔਰ ਇਹ ਸਾਰਿਆਂ ਦੇਸ਼ਾਂ ਦੇ ਨਾਲ ਲਾਗੂ ਹੈ। ਇਹਦੇ ਵਿੱਚ ਸਮਾਜਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਔਰ ਵਾਤਾਵਰਣ ਦੇ ਤੌਰ ਦੇ ਉੱਤੇ ਜਿਹੜਾ ਹੈ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਇਹ 17 ਜਿਹੜੇ ਏਜੰਡੇ ਸੀਗੇ, 17 ਗੋਲ, ਇਹਦੇ ਵਿੱਚ ਸੀ ਕਿ ਨੋ ਪੋਵਰਟੀ, ਕਿ ਗਰੀਬੀ ਜਿਹੜੀ ਹੈ ਉਸ ਦੇ ਵਿੱਚ ਕਿਤੇ ਵੀ ਨਾ ਹੋਵੇ, ਜ਼ੀਰੋ ਹੰਗਰ, ਭੁੱਖਮਰੀ ਦੇ ਨਾਲ ਕੋਈ ਨਾ ਮਰੇ। ਔਰ ਆਪਾਂ ਦੇਖਿਆ ਕਿ ਹਿੰਦੁਸਤਾਨ ਵਰਗੇ ਦੇਸ਼ਾਂ ਦੇ ਵਿੱਚ ਜਿਹੜੀ ਐਗਰੀਕਲਚਰ 'ਚ ਇੰਨੀ ਪ੍ਰਗਤੀ ਹੋਈ ਹੈ ਕਿ ਫੂਡ ਸਿਕਿਉਰਿਟੀ ਜਿਹੜੀ ਉਹ ਯਕੀਨੀ ਬਣਾ ਸਕੀ। ਕਿਸੇ ਵੇਲੇ ਅਸੀਂ ਬਹੁਤ ਪਿੱਛੇ ਸੀ, ਲੇਕਿਨ ਹੁਣ ਐਫਰਟਸ ਕਰਨ ਦੇ ਨਾਲ ਅਸੀਂ ਖੇਤੀ ਦੇ ਤੌਰ ਦੇ ਉੱਤੇ, ਭੋਜਨ ਸੁਰੱਖਿਆ ਦੇ ਤੌਰ ਦੇ ਉੱਤੇ ਅਸੀਂ ਅੱਗੇ ਵੱਧ ਚੁੱਕੇ ਹਾਂ। ਔਰ ਇਹਨਾਂ ਏਜੰਡਿਆਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਸ਼ਾਮਲ ਹੈ। ਔਰ ਗੁੱਡ ਹੈਲਥ ਤੇ ਵੈਲਬੀਇੰਗ, ਕੁਆਲਿਟੀ ਐਜੂਕੇਸ਼ਨ, ਜੈਂਡਰ ਇਕੁਐਲਿਟੀ, ਮੇਲ ਫੀਮੇਲ ਦੇ ਵਿੱਚ ਜਿਹੜਾ ਹੈ ਤਾਲਮੇਲ ਸਹੀ ਹੋਵੇ, ਉਸ ਦੇ ਵਿੱਚ ਕੋਈ ਵਿਤਕਰਾ ਨਾ ਹੋਵੇ, ਕਲੀਨ ਵਾਟਰ ਤੇ ਸੈਨੀਟੇਸ਼ਨ, ਸਾਫ ਸਫਾਈ ਦਾ ਜਿਹੜਾ ਉਹ ਖਿਆਲ ਹੋ ਸਕੇ, ਅਫੋਰਡੇਬਲ ਕਲੀਨ એનર્ਜੀ, ਔਰ ਜਿਹੜੇ ਹਰ ਬੰਦਾ ਉਹਨੂੰ ਅਫੋਰਡ ਕਰ ਸਕੇ ਇਸ ਤਰ੍ਹਾਂ ਦੀ ਸਾਫ ਸੁਥਰੀ ਜਿਹੜੀ ਊਰਜਾ ਹੈ ਉਹ ਮੁਹੱਈਆ ਕੀਤੀ ਜਾ ਸਕੇ। ਔਰ ਡੀਸੈਂਟ ਵਰਕ ਤੇ ਇਕਨੋਮਿਕ ਗਰੋਥ, ਇਸ ਦੇ ਉੱਤੇ ਜਿਹੜਾ ਹੈ ਜ਼ੋਰ ਦਿੱਤਾ ਜਾਵੇ। ਇੰਡਸਟਰੀ ਇਨੋਵੇਸ਼ਨ ਇੰਟਰਫੇਸ, ਤਾਂ ਕਿ ਉਦਯੋਗ ਨੂੰ ਤਕੜਾ ਕਰਾਂਗੇ ਤਾਂ ਵਿਕਾਸ ਹੋਵੇਗਾ। ਰਿਡਿਊਸਡ ਇਨਇਕੁਐਲਿਟੀ, ਸਾਰਿਆਂ ਦੇ ਵਿੱਚ ਜਿਹੜੀ ਗੈਰ ਬਰਾਬਰੀ ਹੈ ਉਸ ਨੂੰ ਹਟਾਉਣਾ। ਔਰ ਸਸਟੇਨੇਬਲ ਸਿਟੀਜ਼ ਤੇ ਕਮਿਊਨਿਟੀਜ਼, ਜਿਹੜੇ ਸਾਡੇ ਸ਼ਹਿਰ ਹੈ ਜਿਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ, ਅਰਬਨਾਈਜੇਸ਼ਨ ਹੋ ਰਹੀ ਹੈ ਔਰ ਉੱਥੇ ਦੀ ਕਮਿਊਨਿਟੀਜ਼ ਨੂੰ ਕਈ ਪ੍ਰੋਬਲਮਸ ਹੈਗੀਆਂ, ਉਹਨਾਂ ਦਾ ਖਿਆਲ ਰੱਖਣਾ। ਰਿਸਪੌਂਸਿਬਲ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ, ਅਸੀਂ ਜੇ ਕੁਝ ਵੀ ਉਤਪਾਦਨ ਕਰਦੇ ਹਾਂ, ਚਾਹੇ ਉਹ ਖੇਤੀਬਾੜੀ ਦਾ, ਚਾਹੇ ਇੰਡਸਟਰੀ ਦਾ, ਜਾਂ ਕਿਸੇ ਹੋਰ ਖੇਤਰ ਦਾ, ਉਸ ਦੀ ਜਿਹੜੀ ਕੰਜ਼ੰਪਸ਼ਨ ਹੈ ਉਸ ਨੂੰ ਸੂਝ-ਬੂਝ ਨਾਲ ਕਰਨਾ, ਇਸ ਪਾਸੇ ਲੋਕਾਈ ਨੂੰ ਅੱਗੇ ਮੋੜਨਾ, ਇਹ ਵੀ ਇਹਨਾਂ ਏਜੰਡਿਆਂ 'ਚ ਸ਼ਾਮਲ ਹੈ। ਕਲਾਈਮੇਟ ਐਕਸ਼ਨ, ਆਪਾਂ ਸਾਰੇ ਜਾਣਦੇ ਹਾਂ ਕਿ ਕਲਾਈਮੇਟ ਚੇਂਜ ਦੇ ਨਾਲ, ਕਲਾਈਮੇਟ ਵੇਰੀਏਬਿਲਿਟੀ ਦੇ ਨਾਲ ਬਹੁਤ ਪ੍ਰਭਾਵ ਪੈ ਰਿਹਾ ਹੈ ਔਰ ਮੌਸਮ ਜਿਹੜਾ ਬਦਲ ਰਿਹਾ, ਇਹਨਾਂ ਸਾਰਿਆਂ ਨੂੰ ਵੀ ਮੱਦੇਨਜ਼ਰ ਰੱਖ ਕੇ ਇਹਨਾਂ ਏਜੰਡਿਆਂ 'ਚ ਸ਼ਾਮਲ ਕੀਤਾ ਗਿਆ। ਲਾਈਫ ਬਿਲੋ ਵਾਟਰ, ਸਮੁੰਦਰ ਦੇ ਵਿੱਚ ਬਹੁਤ ਜੀਵ ਜੰਤੂ ਆ, ਬਹੁਤ ਤਰ੍ਹਾਂ ਦੀ ਜ਼ਿੰਦਗੀ ਹੈ ਉਹਨਾਂ ਦਾ, ਔਰ ਧਰਤੀ ਦੇ ਉੱਤੇ ਜਿਹੜੀ ਲਾਈਫ ਹੈ ਉਹ ਸਾਰੇ ਦਾ ਖਿਆਲ ਰੱਖਿਆ ਇਹਨਾਂ ਏਜੰਡਿਆਂ ਦੇ ਵਿੱਚ। ਔਰ ਪੀਸ, ਜਸਟਿਸ ਇੰਸਟੀਟਿਊਸ਼ਨਸ ਨੂੰ ਇੱਕ ਮੋਟੀਵੇਟ ਕੀਤਾ ਕਿ ਇਹ ਇਸ ਪਾਸੇ ਲੱਗਣ ਔਰ ਯਥਾਯੋਗ ਪਾਲਿਸੀਆਂ ਬਣਾਉਣ ਔਰ ਆਪਣੀਆਂ ਐਕਟੀਵਿਟੀਜ਼ ਦੇ ਰਾਹੀਂ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਯੋਗਦਾਨ ਪਾ ਸਕਣ। ਇਹਨਾਂ ਸਾਰਿਆਂ ਵਾਸਤੇ ਸਾਰੇ ਦੇਸ਼ਾਂ ਨੂੰ ਮਿਲ ਕੇ ਚੱਲਣਾ ਪਏਗਾ, ਇੱਕ ਪਾਰਟਨਰਸ਼ਿਪ ਮੋਡ ਦੇ ਵਿੱਚ, ਜਿਵੇਂ ਇਹਨਾਂ 17 ਏਜੰਡਿਆਂ ਦੇ ਵਿੱਚ ਦਰਸਾਇਆ ਗਿਆ ਹੈ, ਉਹ ਸਾਨੂੰ ਅੱਗੇ ਵਧਣਾ ਪਵੇਗਾ। ਔਰ ਇਹਨਾਂ ਏਜੰਡਿਆਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੇ ਕਹੀਏ ਤਾਂ 5 ਜਿਹੜੇ ਹੈ ਸਿਧਾਂਤਕ ਤੌਰ ਦੇ ਉੱਤੇ ਲੋਕਾਂ ਦੇ ਉੱਤੇ ਫੋਕਸ ਹੈ, ਲੋਕਾਂ ਦੀ ਖੁਸ਼ਹਾਲੀ ਦੇ ਉੱਤੇ ਫੋਕਸ ਹੈ, ਵਰਲਡ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਸ ਨੂੰ ਕਸ਼ੀਦਗੀ ਘਟਾਉਣ ਦੇ ਵਿੱਚ ਫੋਕਸ ਹੈ, ਔਰ ਪਾਰਟਨਰਸ਼ਿਪ ਮੋਡ ਦੇ ਵਿੱਚ ਇਸ ਧਰਤੀ ਦਾ ਜਿਹੜਾ ਸਾਂਭ ਸੰਭਾਲ ਖਿਆਲ ਰੱਖਣਾ ਔਰ ਇਸ ਸਭ ਦਾ ਜਿਹੜਾ ਭਲਾ ਹੈ ਉਹ ਇਸ ਏਜੰਡਿਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਔਰ ਸਾਰੇ ਜਿਹੜੇ ਇਹਦੇ ਭਾਗੀਦਾਰ ਦੇਸ਼ ਹੈ ਉਹਨਾਂ ਨੇ ਕਮਿਟਮੈਂਟ ਦਿੱਤੀ ਹੈ ਕਿ ਅਸੀਂ ਆਪਣੇ ਆਪਣੇ ਦੇਸ਼ ਦੇ ਵਿੱਚ ਪ੍ਰਾਇਓਰਟੀ ਫਿਕਸ ਕਰਾਂਗੇ, ਅਸੀਂ ਗਰੀਬੀ ਨੂੰ ਹਟਾਉਣ ਵਿੱਚ ਫੋਕਸ ਕਰਾਂਗੇ, ਭੁੱਖਮਰੀ ਦੂਰ ਕਰਾਂਗੇ, ਏਡਜ਼, ਕੋਵਿਡ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਠੱਲ ਪਾਉਣ ਵਾਸਤੇ ਯਤਨਸ਼ੀਲ ਰਵਾਂਗੇ, ਔਰ ਜਿਹੜੀ ਸਾਡੀ ਮੇਲ ਫੀਮੇਲ ਦੇ ਵਿੱਚ ਡਿਸਕ੍ਰਿਮੀਨੇਸ਼ਨ ਕਿਸੇ ਤਰ੍ਹਾਂ ਦੀ ਵੀ ਹੈ ਉਸ ਨੂੰ ਅਸੀਂ ਦੂਰ ਕਰਾਂਗੇ। ਔਰ ਜਦੋਂ ਆਪਾਂ ਇਹਨਾਂ ਏਜੰਡਿਆਂ ਦੀ ਗੱਲ ਕਰੀਏ ਤਾਂ ਲੱਗਦਾ ਤਾਂ ਇਹ ਸੀਗਾ ਕਿ ਜਿਹੜਾ ਈਕੋਸਿਸਟਮ ਦੇ ਬਿਹਤਰੀ ਵਾਸਤੇ ਇਹ ਬਹੁਤ ਵੱਡਾ ਯੋਗਦਾਨ ਪਾਉਣਗੇ। ਔਰ 2015 'ਚ ਬਣੇ ਆ, 7 ਸਾਲ ਤਕਰੀਬਨ ਹੋ ਚੁੱਕੇ ਹੈ ਔਰ ਕਿੰਨੀ ਕੁ ਤਰੱਕੀ ਹੋ ਚੁੱਕੀ ਹੈ ਇਹਨਾਂ ਨੂੰ ਮੋਨੀਟਰ ਵੀ ਕੀਤਾ ਜਾ ਰਿਹਾ, ਲੇਕਿਨ ਇਹ ਦੇਖਿਆ ਗਿਆ ਕਿ ਤਰੱਕੀ ਜਿੰਨੀ ਹੋਣੀ ਚਾਹੀਦੀ ਸੀ ਉਨੀ ਨਹੀਂ ਹੋ ਸਕੀ। ਲੇਕਿਨ ਜਦੋਂ ਆਪਾਂ ਵਿਚਾਰ ਚਰਚਾ ਕਰਦੇ ਹਾਂ, ਜਦੋਂ ਕੋਈ ਵੀ ਕੰਮ ਨਵਾਂ ਸ਼ੁਰੂ ਕਰਦੇ ਹਾਂ ਤਾਂ ਉਹਨੂੰ ਟਾਈਮ ਤਾਂ ਲੱਗਦਾ ਹੀ ਹੈ, ਅਤੇ ਜ਼ਿਆਦਾ ਤਰੱਕੀ ਜਿਹੜੀ ਉਹ ਹੋ ਨਹੀਂ ਸਕੀ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਬਹੁਤ ਸਾਰੀਆਂ ਸਟੱਡੀਜ਼ ਵੀ ਕੀਤੀਆਂ। ਨੇਚਰ ਇੱਕ ਬਹੁਤ ਵਧੀਆ ਵਿਗਿਆਨਕ ਪਰਚਾ ਹੈ, ਇੱਕ ਮੈਗਜ਼ੀਨ ਹੈ, ਉਸ ਦੇ ਵਿੱਚ ਬਿਆਰ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਰਿਸਰਚ ਪੇਪਰ ਛਾਪਿਆ, ਜਿਨ੍ਹਾਂ ਨੇ 3000 ਪੇਪਰ ਜਿਹੜੇ ਜਨਵਰੀ 2016 ਤੋਂ ਲੈ ਕੇ ਅਪ੍ਰੈਲ 2021 ਤੱਕ ਉਹਨਾਂ ਨੂੰ ਸਟੱਡੀ ਕਰਕੇ ਤੱਤ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ SDGs ਸੀਗੇ ਇਹਨਾਂ ਦਾ ਕਿੰਨਾ ਕੁ ਪ੍ਰਭਾਵ ਹੋਇਆ। ਉਹਨਾਂ ਨੇ ਕਿਹਾ ਕਿ ਬਹੁਤ ਪ੍ਰਭਾਵ ਨਹੀਂ ਹੋ ਸਕਿਆ, ਇਹਦਾ ਪੋਲੀਟੀਕਲ ਇੰਪੈਕਟ ਜ਼ਰੂਰ ਹੋਇਆ ਵੱਖ-ਵੱਖ ਦੇਸ਼ਾਂ ਦੇ ਵਿੱਚ, ਔਰ ਉਹਦੇ ਕਾਰਨ ਇਹ ਹੈ ਕਿ ਪੋਲੀਟੀਕਲੀ ਅਤੇ ਜਿਹੜੇ ਲੋਕਾਂ ਦੇਸ਼ਾਂ ਦੀ ਜਿਹੜੀ ਓਰੀਐਂਟੇਸ਼ਨ ਹੈ ਉਹ ਵੱਖਰੀ ਵੱਖਰੀ ਹੈ, ਔਰ ਉਹਨਾਂ ਦੇ ਇੰਟਰਸਟ ਜਿਹੜੇ ਆ ਲੋਕਲਾਈਜ਼ਡ ਇੰਪੋਰਟੈਂਸ ਰੱਖਦੇ ਆ, ਔਰ ਇਹਨਾਂ ਏਜੰਡਿਆਂ ਦਾ ਉਹਨਾਂ ਦੇ ਉੱਤੇ ਬਾਈਂਡਿੰਗ ਕੋਈ ਨਹੀਂ ਹੈ, ਔਰ ਇਹ ਬਰੋਡ ਬੇਸਡ ਏਜੰਡੇ ਹੈ, ਇਸ ਕਰਕੇ ਸ਼ਾਇਦ ਉਹਨਾਂ ਦੀ ਭਾਗੀਦਾਰੀ ਇੰਨੀ ਜ਼ਿਆਦਾ ਨਹੀਂ ਹੋ ਸਕੀ। ਲੇਕਿਨ ਇਹਨਾਂ ਏਜੰਡਿਆਂ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ, ਔਰ ਸਮਾਂ ਰਹਿੰਦਿਆਂ ਜੇ ਇਹਨਾਂ ਦੇ ਉੱਤੇ ਸਾਰੇ ਦੇਸ਼ ਇਸ ਤੋਂ ਕੁਛ ਨਾ ਕੁਛ ਕਰਨ ਤਾਂ ਮੁਲਕ ਦਾ ਔਰ ਸਾਰੇ ਵਿਸ਼ਵ ਦਾ ਭਲਾ ਹੋ ਸਕਦਾ। ਕਿ ਮੈਂ ਸਮਝਦਾ ਕਿ ਲੋਕਲ ਫੋਕਸ ਦੇਣ ਦੀ ਲੋੜ ਆ ਇਹਨਾਂ ਏਜੰਡਿਆਂ ਨੂੰ, ਜੇ ਅਸੀਂ ਐਕਸੈਪਟ ਕੀਤਾ ਔਰ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਲੋਕਲ ਤੌਰ ਦੇ ਉੱਤੇ ਫੋਕਸ ਕਰੀਏ, ਸਥਾਨਕ ਤੌਰ ਦੇ ਉੱਤੇ, ਔਰ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰੀਏ। ਜਿਹੜੇ ਵੀ ਡਿਪਾਰਟਮੈਂਟ ਇਹਨਾਂ ਨਾਲ ਕੰਸਰਨਡ ਹੈ ਉਹਨਾਂ ਦੇ ਵਿੱਚ ਅਵੇਅਰਨੈਸ
ਜੇ ਕਿਤੇ ਕਮੀ ਹੈ ਤਾਂ ਉਹਨਾਂ ਨੂੰ ਦੂਰ ਕਰੀਏ ਔਰ ਪ੍ਰੋਪਰ ਪਲੈਨਿੰਗ ਕਰੀਏ ਤਾਂ ਕਿ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਸਕੇ। ਔਰ ਇੰਪਲੀਮੈਂਟ ਤਾਂ ਹੀ ਹੋ ਸਕਦਾ, ਇਹਦੇ ਵਿੱਚ ਖਰਚਾ ਵੀ ਹੁੰਦਾ, ਇਸ ਕਰਕੇ ਬਜਟਰੀ ਪ੍ਰੋਵੀਜ਼ਨਸ ਹੋਣੀਆਂ ਚਾਹੀਦੀਆਂ। ਜਦੋਂ ਵੀ ਦੇਸ਼ ਦਾ ਬਜਟ ਪਾਸ ਹੁੰਦਾ ਉਹਦੇ ਵਿੱਚ SDG ਏਜੰਡਾ ਈਕੋਸਿਸਟਮ ਦੀ ਬਿਹਤਰੀ ਵਾਸਤੇ, ਨੇਚਰ ਦੀ ਖਿਆਲ ਰੱਖਣ ਵਾਸਤੇ ਬਜਟ ਜਿਹੜਾ ਸ਼ਾਮਲ ਕੀਤਾ ਜਾਣਾ ਚਾਹੀਦਾ ਔਰ ਇਹਨਾਂ ਦਾ ਰੈਗੂਲਰ ਰਿਵਿਊ ਕਰਨਾ ਚਾਹੀਦਾ। ਜਿਹੜੇ ਵੀ ਪੈਰਾਮੀਟਰਸ ਤੈਅ ਕੀਤੇ ਆ ਕਿ ਕਿਹੜੇ ਇੰਡੀਕੇਟਰਸ ਹੈ, ਉੱਥੋਂ ਪਤਾ ਲੱਗਦਾ ਕਿੰਨਾ ਕੁ ਇੰਪਲੀਮੈਂਟੇਸ਼ਨ ਹੋ ਗਈ, ਉਹਨਾਂ ਨੂੰ ਖਿਆਲ 'ਚ ਰੱਖਦਿਆਂ ਹੋਇਆਂ ਸਾਨੂੰ ਹੁਣ ਤੋਂ ਹੀ ਯਤਨਸ਼ੀਲ ਕਰਨਾ ਹੋਣਾ ਚਾਹੀਦਾ ਔਰ ਮੋਬਿਲਾਈਜ਼ ਹੋਣਾ ਚਾਹੀਦਾ ਔਰ ਕੋਈ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਕਿਉਂਕਿ ਏਜੰਡਿਆਂ ਦੇ ਵਿੱਚ ਕਿਹਾ ਗਿਆ ਸੀਗਾ ਕਿ 2030 ਤੱਕ ਇਹਨਾਂ ਨੂੰ ਇੰਪਲੀਮੈਂਟ ਕਰਨਾ, ਸਮਾਂ ਬਹੁਤਾ ਨਹੀਂ ਰਹਿ ਗਿਆ। ਜਦੋਂ ਵਿਸ਼ਵ ਭਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਜਿਹੜੇ 7-8 ਸਾਲ ਬਹੁਤ ਘੱਟ ਹੁੰਦੇ ਆ। ਇਸ ਕਰਕੇ ਸਾਡੀ ਜਿਹੜੀ ਟੌਪ ਪ੍ਰਾਇਓਰਿਟੀ ਦੇਸ਼ਾਂ ਦੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਈਕੋਸਿਸਟਮ ਦੀ ਬਰਕਰਾਰਤਾ ਰੱਖੀਏ ਔਰ SDG ਏਜੰਡੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਹੈਗੇ ਆ ਉਹਨਾਂ ਨੂੰ ਲਾਗੂ ਕਰੀਏ। ਕਲਾਈਮੇਟ ਚੇਂਜ ਵਰਗੀ ਸਮੱਸਿਆਵਾਂ, ਜਿਹੜੀ ਕਲਾਈਮੇਟ ਵੇਰੀਏਬਿਲਿਟੀ, erratic ਵੈਦਰ, ਪਾਪੂਲੇਸ਼ਨ ਦਾ ਔਰ ਕੰਟਿੰਜੈਂਟ ਪਲਾਨ ਜਿਹੜੇ ਆ ਉਹ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰਾਇਓਰਟੀ ਇਸ ਤਰ੍ਹਾਂ ਬਣਾਉਣੀਆਂ ਚਾਹੀਦੀਆਂ। ਔਰ ਪਿੱਛੇ ਆਪਾਂ ਦੇਖਿਆ ਕਿ ਕੋਵਿਡ-19 ਨੇ ਬਹੁਤ ਸਾਰਾ ਨੁਕਸਾਨ ਕੀਤਾ, ਸਾਰਾ ਕੁਛ ਹੀ ਇਸਨੇ ਸਟੈਂਡ ਸਟਿਲ ਕਰ ਦਿੱਤਾ ਅਤੇ ਆਪਾਂ ਨੂੰ ਫਿਰ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੇ ਕਿਤੇ ਜੂਝਣਾ ਪਵੇ ਤਾਂ ਪ੍ਰੋਪਰ ਕੰਟਿੰਜੈਂਟ ਪਲਾਨ ਜਿਹੜੀ ਹੈ ਉਹ ਬਣਾਉਣੀ ਬਹੁਤ ਜ਼ਰੂਰੀ ਹੈ। ਮੈਂ ਸਮਝਦਾ ਕਿ ਬਹੁਤ ਚੰਗਾ ਇਨੀਸ਼ੀਏਟਿਵ UN ਨੇ ਲਿਆ ਔਰ ਇਹਨਾਂ ਨੂੰ ਲਾਗੂ ਕਰਨਾ ਸਾਰੇ ਦੇਸ਼ਾਂ ਦਾ ਜਿਹੜਾ ਫਰਜ਼ ਬਣਦਾ ਔਰ ਜੇ ਆਪਾਂ ਲਾਗੂ ਕਰਾਂਗੇ ਤਾਂ ਦੇਸ਼ ਦਾ ਭਲਾ ਹੋ ਸਕੇਗਾ ਔਰ ਸਾਡੇ ਸਾਰੇ ਵਿਸ਼ਵ ਦਾ ਭਲਾ ਹੋ ਸਕੇਗਾ ਔਰ ਵਾਸੂਦੇਵ ਕੁਟੰਬਕਮ ਦਾ ਜਿਹੜਾ ਵਿਚਾਰ ਹੈ ਜਿਹੜੇ ਸਾਡੇ ਪੁਰਖਿਆਂ ਨੇ ਦਿੱਤਾ, ਉਸ ਦੇ ਮੁਤਾਬਕ ਅਸੀਂ ਸਭ ਦਾ ਜਿਹੜਾ ਭਲਾ ਕਰ ਸਕਦੇ ਹਾਂ। ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ, ਨਾਲ ਜ਼ਿੰਮੇਵਾਰੀ ਵੀ ਹੈ, ਨਾਲ ਸਮਾਂਬੱਧਤਾ ਵੀ ਹੈ ਔਰ ਆਪਾਂ ਇਹਨਾਂ ਏਜੰਡਿਆਂ ਨੂੰ ਜਿਹੜਾ SDG ਏਜੰਡੇ ਹੈਗੇ ਇਹਨਾਂ ਨੂੰ ਲਾਗੂ ਕਰੀਏ। ਔਰ ਇਹਨਾਂ ਵਿਚਾਰਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਤੁਸੀਂ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਅਤੇ ਡੋਂਟ ਫੋਰਗੇਟ ਟੂ ਪ੍ਰੈਸ ਦੀ ਬੈਲ ਆਈਕਨ ਤਾਂ ਕਿ ਅਸੀਂ ਹੋਰ ਵੀ ਜਿਹੜੀਆਂ ਚੰਗੀਆਂ ਵੀਡੀਓਜ਼ ਲੋੜੀਂਦੇ ਵਿਸ਼ਿਆਂ ਦੇ ਉੱਤੇ ਉਹ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਬਹੁਤ ਬਹੁਤ ਧੰਨਵਾਦ।